ਅੱਜ ਅਸੀਂ ਚੈਪਟਰ 9 ਸਟਾਰਟ ਕਰਨ ਜਾ ਰਹੇ ਹਾਂ। ਚੈਪਟਰ ਦਾ ਨਾਮ ਹੈ ਬਲ ਅਤੇ ਗਤੀ ਦੇ ਨਿਯਮ। ਅਸੀਂ ਚੈਪਟਰ 8 ਗਤੀ ਬਾਰੇ ਪੜ੍ਹਿਆ ਸੀ। ਵੇਗ ਕੀ ਹੁੰਦਾ ਹੈ, ਪ੍ਰਵੇਗ ਕੀ ਹੁੰਦਾ ਹੈ, ਕਿਸ ਤਰ੍ਹਾਂ ਕੋਈ ਵਸਤੂ ਕੁਝ ਸਮੇਂ ਵਿੱਚ ਦੂਰੀ ਤੈਅ ਕਰਦੀ ਹੈ ਤਾਂ ਉਸਨੂੰ ਵੇਗ ਕਹਿੰਦੇ ਹਨ। ਸਮੇਂ ਦੇ ਨਾਲ ਜਦੋਂ ਵੇਗ ਬਦਲਦਾ ਹੈ ਉਸਨੂੰ ਪ੍ਰਵੇਗ ਕਹਿੰਦੇ ਹਨ। ਤੇ ਜਿਹੜੀ ਸਰਲ ਰੇਖੀ ਗਤੀ ਹੁੰਦੀ ਹੈ ਉਸ ਵਿੱਚ ਜਦੋਂ ਕੋਈ ਵਸਤੂ ਸਮਾਨ ਦੂਰੀ ਤੈਅ ਕਰਦੀ ਹੈ ਤਾਂ ਉਸਨੂੰ ਸਮਾਨ ਗਤੀ ਕਹਿੰਦੇ ਹਨ। ਜਦੋਂ ਅਸਮਾਨ ਦੂਰੀ ਤੈਅ ਕਰਦੀ ਹੈ ਵੱਖ-ਵੱਖ ਅੰਤਰਾਲ ਵਿੱਚ ਤਾਂ ਉਸਨੂੰ ਅਸਮਾਨ ਗਤੀ ਕਹਿੰਦੇ ਹਨ। ਪਰੰਤੂ ਆਪਾਂ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਸੀ ਪ੍ਰਾਪਤ ਕੀਤੀ ਕਿ ਇਸ ਗਤੀ ਦਾ ਕੀ ਕਾਰਨ ਹੈ, ਕੋਈ ਵਸਤੂ ਗਤੀ ਕਿਉਂ ਕਰਦੀ ਹੈ ਜਾਂ ਕੋਈ ਵਸਤੂ ਵਿਰਾਮ ਅਵਸਥਾ ਵਿੱਚ ਕਿਉਂ ਆ ਜਾਂਦੀ ਹੈ। ਇਸ ਅਧਿਆਇ ਵਿੱਚ ਆਪਾਂ ਇਸ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਨੈਕਸਟ ਸਲਾਈਡ ਵਿੱਚ ਅਸੀਂ ਉੱਪਰ ਲਿਖਿਆ ਹੋਇਆ ਪੜ੍ਹ ਸਕਦੇ ਹਾਂ ਬੜੇ ਆਰਾਮ ਨਾਲ। ਬਲ ਦੀ ਪਰਿਭਾਸ਼ਾ ਪ੍ਰੀਵੀਅਸ ਸਲਾਈਡ 'ਚ ਮੈਂ ਗੱਲ ਕੀਤੀ ਸੀ ਕਿ ਕੋਈ ਵਸਤੂ ਗਤੀ ਕਿਉਂ ਪ੍ਰਾਪਤ ਕਰਦੀ ਹੈ ਜਾਂ ਵਿਰਾਮ ਅਵਸਥਾ ਵਿੱਚ ਕਿਉਂ ਆ ਜਾਂਦੀ ਹੈ, ਉਸ ਦਾ ਕੀ ਕਾਰਨ ਹੈ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਾਣਕਾਰੀ ਦੇਣਾ ਚਾਹਾਂਗੀ ਕਿ ਜਿਵੇਂ ਕੋਈ ਬਾਲ ਹੈ ਫਰਸ਼ 'ਤੇ ਰਿੜ ਰਹੀ ਹੈ ਤਾਂ ਰਿੜਦੀ ਆਪਣੇ ਆਪ ਰੁਕ ਜਾਂਦੀ ਹੈ। ਉਸ ਦਾ ਕੀ ਕਾਰਨ ਹੈ। ਅਗਰ ਕੋਈ ਵਸਤੂ ਗਤੀ ਵਿੱਚ ਹੈ ਤਾਂ ਉਹ ਉਸਦੇ ਗਤੀ ਵਿੱਚ ਆਉਣ ਦਾ ਕੀ ਕਾਰਨ ਹੈ। ਉਸ ਦਾ ਕਾਰਨ ਹੈ ਬਲ। ਜਦੋਂ ਵੀ ਆਪਾਂ ਕਿਸੇ ਵਸਤੂ 'ਤੇ ਬਲ ਅਪਲਾਈ ਕਰਦੇ ਹਾਂ ਤਾਂ ਉਹ ਵਸਤੂ ਗਤੀ ਵਿੱਚ ਆਉਣਾ ਸ਼ੁਰੂ ਕਰ ਦਿੰਦੀ ਹੈ ਜਾਂ ਆਪਣੀ ਗਤੀ ਦੀ ਅਵਸਥਾ ਤੋਂ ਵਿਰਾਮ ਅਵਸਥਾ ਵਿੱਚ ਆ ਜਾਂਦੀ ਹੈ। ਜਿਵੇਂ ਕਿ ਆਪਾਂ ਇਸ ਪਰਿਭਾਸ਼ਾ ਵਿੱਚ ਪੜ੍ਹਾਂਗੇ, ਕਿਸੇ ਵਸਤੂ ਨੂੰ ਧੱਕਾ ਮਾਰਨਾ ਜਾਂ ਖਿੱਚਣਾ ਬਲ ਅਖਵਾਉਂਦਾ ਹੈ। ਜਿਵੇਂ ਕਿ ਆਪਾਂ ਇਸ ਪਿਕਚਰ ਵਿੱਚ ਦੇਖ ਰਹੇ ਹਾਂ, ਇੱਕ ਬੱਚਾ ਇੱਕ ਬੋਰਡ ਨੂੰ ਧੱਕਾ ਮਾਰ ਰਿਹਾ ਹੈ ਤਾਂ ਓਬਵੀਅਸਲੀ ਜਿਹੜੀ ਬੋਰਡ ਹੋਏਗੀ ਉਹ ਵਿਰਾਮ ਅਵਸਥਾ 'ਚ ਹੋਏਗੀ ਅਤੇ ਧੱਕਾ ਮਾਰਨ ਨਾਲ ਉਹ ਗਤੀ ਦੀ ਅਵਸਥਾ ਵਿੱਚ ਆ ਗਈ। ਅਤੇ ਇੱਕ ਵਸਤੂ ਯਾਨੀ ਕਿ ਬੋਰਡ, ਉਹਨੂੰ ਬੱਚਾ ਖਿੱਚ ਰਿਹਾ ਹੈ, ਆਪਣੇ ਵੱਲ ਖਿੱਚ ਰਿਹਾ ਹੈ। ਜਿਹੜਾ ਬੋਰਡ ਸੀ ਉਹ ਵਿਰਾਮ ਅਵਸਥਾ ਵਿੱਚ ਹੋਵੇਗਾ ਅਤੇ ਖਿੱਚਣ ਨਾਲ ਉਹ ਗਤੀ ਦੀ ਅਵਸਥਾ ਵਿੱਚ ਆ ਗਿਆ। ਯਾਨੀ ਕਿ ਕਿਸੇ ਵੀ ਵਸਤੂ ਨੂੰ ਵਿਰਾਮ ਅਵਸਥਾ ਵਿੱਚ ਲਿਆਉਣ ਲਈ ਜਾਂ ਉਸਨੂੰ ਗਤੀ ਵਿੱਚ ਲਿਆਉਣ ਲਈ ਜਿਹੜਾ ਕਾਰਕ ਜ਼ਿੰਮੇਵਾਰ ਹੈ ਉਸ ਕਾਰਕ ਦਾ ਨਾਮ ਬਲ ਹੈ। ਨੈਕਸਟ ਸਲਾਈਡ ਵਿੱਚ ਆਪਾਂ ਦੇਖਾਂਗੇ ਬਲ ਦੇ ਕੀ ਪ੍ਰਭਾਵ ਹੈ। ਜਿਵੇਂ ਮੈਂ ਪ੍ਰੀਵੀਅਸ ਸਲਾਈਡ 'ਚ ਦੱਸਿਆ ਕਿ ਬੱਚੇ ਨੇ ਬੋਰਡ ਨੂੰ ਧੱਕਾ ਮਾਰਿਆ ਤੇ ਬੱਚਾ ਗਤੀ ਵਿੱਚ ਆਉਣਾ ਸ਼ੁਰੂ ਹੋ ਗਿਆ। ਇਹਦਾ ਮਤਲਬ ਹੈ ਬਲ ਦਾ ਪ੍ਰਭਾਵ ਹੈ। ਗਤੀ ਨੂੰ ਤੇਜ਼ ਕਰਨ ਲਈ, ਜਿਵੇਂ ਕਿ ਆਪਾਂ ਇਸ ਡਾਇਗ੍ਰਾਮ 'ਚ ਦੇਖ ਰਹੇ ਹਾਂ, ਇੱਕ ਲੜਕੀ ਨੇ ਹਾਕੀ ਫੜੀ ਹੈ, ਪਲੇਗਰਾਊਂਡ 'ਤੇ ਇੱਕ ਬਾਲ ਪਈ ਹੈ। ਜੇ ਬਾਲ ਵਿਰਾਮ ਅਵਸਥਾ 'ਚ ਹੈ ਜਾਂ ਹੌਲੀ ਚੱਲਦੀ ਹੈ ਤਾਂ ਹਾਕੀ ਦੇ ਨਾਲ ਉਹ ਬਲ ਲਗਾ ਕੇ ਜਦੋਂ ਬਾਲ ਨੂੰ ਹਿੱਟ ਕਰੇਗੀ ਤਾਂ ਉਸਦੀ ਗਤੀ ਤੇਜ਼ ਹੋ ਜਾਏਗੀ। ਜਾਂ ਅਗਰ ਉਸਦੀ ਗਤੀ ਤੇਜ਼ ਹੈ ਤਾਂ ਹਾਕੀ ਦੇ ਨਾਲ ਹੀ ਉਹ ਬਲ ਲਗਾ ਕੇ ਉਸਦੀ ਗਤੀ ਨੂੰ ਹੌਲੀ ਕਰ ਸਕਦੀ ਹੈ ਜਾਂ ਉਸਦੀ ਦਿਸ਼ਾ ਬਦਲ ਸਕਦੀ ਹੈ। ਜਿਵੇਂ ਉਸਨੇ ਗੋਲ ਕਰਨਾ ਹੈ ਤਾਂ ਉਹ ਬਾਲ ਦੀ ਦਿਸ਼ਾ ਬਦਲ ਕੇ ਤਾਂ ਨੈੱਟ ਵੱਲ ਬਾਲ ਨੂੰ ਹਿੱਟ ਕਰੇਗੀ ਤਾਂ ਉਸਦਾ ਗੋਲ ਹੋ ਜਾਏਗਾ। ਜਾਂ ਬਲ ਦਾ ਅਗਲਾ ਪ੍ਰਭਾਵ ਹੈ, ਬਲ ਲਗਾ ਕੇ ਆਪਾਂ ਵਸਤੂ ਦਾ ਆਕਾਰ ਵੀ ਬਦਲ ਸਕਦੇ ਹਾਂ। ਜਿਵੇਂ ਕਿ ਆਪਾਂ ਇਸ ਪਿਕਚਰ 'ਚ ਦੇਖ ਰਹੇ ਹਾਂ, ਇੱਕ ਸਪਰਿੰਗ ਹੈ, ਦੋ ਪਿਕਚਰਸ ਹਨ ਤੇ ਇੱਕ ਪਿਕਚਰ ਵਿੱਚ ਜਿਹੜਾ ਸਪਰਿੰਗ ਹੈ ਉਹ ਕੰਪਰੈਸਡ ਫਾਰਮ 'ਚ ਹੈ ਤੇ ਦੂਸਰੀ ਪਿਕਚਰ 'ਚ ਬਲ ਲਗਾ ਕੇ ਇਹ ਦੇਖ ਰਹੇ ਹਾਂ ਆਪਾਂ ਉਸਨੂੰ ਐਕਸਪੈਂਡ ਕਰ ਦਿੱਤਾ, ਯਾਨੀ ਕਿ ਉਸਦਾ ਆਕਾਰ ਬਦਲ ਗਿਆ। ਨੈਕਸਟ ਹੈ ਆਪਣੀ ਬਾਲ ਹੈ, ਇਹ ਉਸਦੀ ਸ਼ੇਪ ਹੈ, ਸਰਕੂਲਰ ਸ਼ੇਪ ਹੈ ਤੇ ਜਦੋਂ ਉਹਨੂੰ ਆਪਾਂ ਪ੍ਰੈਸ ਕੀਤਾ ਤਾਂ ਜਿਹੜੀ ਉਹਦੀ ਬਾਲ ਹੈ ਉਹ ਓਵਲ ਸ਼ੇਪ 'ਚ ਆ ਗਈ ਹੈ, ਯਾਨੀ ਕਿ ਉਸਦਾ ਆਕਾਰ ਬਦਲ ਗਿਆ ਹੈ। ਯਾਨੀ ਕਿ ਵਸਤੂ ਦੀ ਸ਼ਕਲ ਸੂਰਤ ਬਦਲਣ ਲਈ, ਜਿਵੇਂ ਆਪਾਂ ਕਿਸੇ ਘੁਮਿਆਰ
ਦੀ ਐਗਜ਼ਾਮਪਲ ਲੈ ਸਕਦੇ ਹਾਂ ਕਿ ਕੁਮਹਾਰ ਮੂਰਤੀਆਂ ਬਣਾਉਂਦਾ ਹੈ, ਘੜੇ ਬਣਾਉਂਦਾ ਹੈ, ਸੁਰਾਹੀਆਂ ਬਣਾਉਂਦਾ ਹੈ। ਉਹ ਮਿੱਟੀ ਦੇ ਨਾਲ ਆਪਣੇ ਹੱਥਾਂ ਨਾਲ ਬਲ ਲਗਾ ਕੇ ਉਸਨੂੰ ਸ਼ਕਲ ਸੂਰਤ ਪ੍ਰਦਾਨ ਕਰਦਾ ਹੈ ਜਾਂ ਵਸਤੂ ਦਾ ਪ੍ਰਵੇਗ ਬਦਲਣ ਲਈ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਵਸਤੂ ਜਿਹੜੀ ਹੈ ਅਗਰ ਉਹ ਗਤੀ ਦੀ ਦਿਸ਼ਾ 'ਚ ਹੈ ਤਾਂ ਉਸਦੀ ਗਤੀ ਨੂੰ ਵਧਾ ਘਟਾ ਕੇ ਅਸੀਂ ਉਸਦਾ ਪ੍ਰਵੇਗ ਬਦਲ ਸਕਦੇ ਹਾਂ। ਇਹ ਵੀ ਬਲ ਦੇ ਕਾਰਨ ਹੀ ਹੁੰਦਾ ਹੈ। ਨੈਕਸਟ ਸਲਾਈਡ ਵਿੱਚ ਆਪਾਂ ਜਿਸ ਬਲ ਬਾਰੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪਿਕਚਰ 'ਚ ਦੇਖ ਰਹੀ ਹਾਂ ਕਿ ਹਾਂਜੀ ਬੇਟਾ ਕੁਝ ਲੋਕ ਰੱਸਾਕੱਸੀ ਦੀ ਗੇਮ ਖੇਲ ਰਹੇ ਹਨ। ਹਾਂਜੀ, ਜਿਵੇਂ ਤੁਸੀਂ ਵੀ ਘਰ ਵਿੱਚ ਰੱਸਾਕੱਸੀ ਦੀ ਗੇਮ ਖੇਲੀ ਹੋਵੇਗੀ ਤੇ ਉਸ ਵਿੱਚ ਇੱਕ ਟੀਮ ਵਿੱਚ ਕੁਝ ਲੋਕ ਆ ਜਾਂਦੇ ਹਨ, ਦੂਸਰੀ ਟੀਮ ਵਿੱਚ ਦੂਸਰੇ ਲੋਕ ਆ ਜਾਂਦੇ ਹਨ ਤੇ ਉਹ ਰੱਸੀ ਨੂੰ ਬਲ ਲਗਾ ਕੇ ਆਪੋਜ਼ਿਟ ਡਾਇਰੈਕਸ਼ਨ 'ਚ ਖਿੱਚਦੇ ਹਨ, ਉਲਟ ਦਿਸ਼ਾ ਵਿੱਚ ਖਿੱਚਦੇ ਹਨ ਤੇ ਜਿਹੜਾ ਜ਼ਿਆਦਾ ਜ਼ੋਰ ਲਗਾਉਂਦਾ ਹੈ ਉਹ ਜਿੱਤ ਜਾਂਦਾ ਹੈ। ਜਿਵੇਂ ਕਿ ਆਪਾਂ ਇਸ ਪਿਕਚਰ ਵਿੱਚ ਦੇਖ ਰਹੇ ਹਾਂ ਹਾਂਜੀ ਕਿ 3 ਲੋਕ ਇੱਧਰ ਹਨ ਪਰ 3 ਲੋਕ ਉੱਧਰ ਹਨ। ਠੀਕ ਹੈ, ਇੱਧਰ ਵਾਲੇ ਜਿਹੜੇ 3 ਲੋਕ ਹਨ ਉਹ ਵੀ ਕਿੰਨਾ ਬਲ ਲਗਾ ਰਹੇ ਹਨ? 300 ਨਿਊਟਨ। N ਤੋਂ ਨਿਊਟਨ, ਜਿਹੜਾ N ਹੈ ਉਹ ਬਲ ਦੀ ਇਕਾਈ ਹੈ, ਐਸਾ ਇਕਾਈ ਹੈ। ਹਾਂਜੀ, ਇਹਦਾ ਮਤਲਬ ਦੋਨਾਂ ਵੱਲੋਂ ਬਰਾਬਰ ਬਲ ਲਗਾਈ ਜਾ ਰਿਹਾ ਹੈ। ਇਹਦਾ ਮਤਲਬ ਦੋਨਾਂ ਵਿੱਚ ਕੋਈ ਨਹੀਂ ਜਿੱਤੇਗਾ ਕਿਉਂਕਿ ਦੋਨਾਂ ਵੱਲੋਂ ਬਰਾਬਰ ਬਲ ਲਗਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਬਲ ਨੂੰ ਆਪਾਂ ਕਹਿੰਦੇ ਹਾਂ ਸੰਤੁਲਿਤ ਬਲ। ਇਹ ਕਿਸ ਚੀਜ਼ ਦੀ ਉਦਾਹਰਨ ਹੈ? ਸੰਤੁਲਿਤ ਬਲ ਦੀ ਉਦਾਹਰਨ ਹੈ। ਹਾਂਜੀ, ਨੈਕਸਟ ਜਿਹੜਾ ਹੈ ਡਾਇਗਰਾਮ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਟੀਮ ਵੱਲੋਂ 400 ਨਿਊਟਨ ਦਾ ਬਲ ਲਗਾਇਆ ਜਾ ਰਿਹਾ ਹੈ ਤੇ ਦੂਸਰੀ ਜਿਹੜੀ ਟੀਮ ਹੈ ਉਸ ਵੱਲੋਂ 300 ਨਿਊਟਨ ਦਾ ਬਲ ਲਗਾਇਆ ਜਾ ਰਿਹਾ ਹੈ। ਹੁਣ ਬੇਟਾ ਤੁਸੀਂ ਆਪੇ ਹੀ ਆਪਣੇ ਦਿਮਾਗ ਤੇ ਜ਼ੋਰ ਲਗਾ ਕੇ ਦੇਖੋ ਕਿਹੜਾ ਵਾਲੀ ਟੀਮ ਜਿੱਤੇਗੀ। ਓਬਵੀਅਸਲੀ ਜਿਹੜਾ 400 ਨਿਊਟਨ ਦਾ ਬਲ ਲਗਾ ਰਹੀ ਹੈ। ਹਾਂਜੀ, ਕਿਉਂਕਿ 400 ਨਿਊਟਨ 300 ਨਿਊਟਨ ਤੋਂ ਜ਼ਿਆਦਾ ਹੈ। ਇਸ ਦਾ ਮਤਲਬ ਕਿਹੜੀ ਟੀਮ ਜਿੱਤੇਗੀ? ਹਾਂਜੀ, ਜਿਹੜੀ ਲੈਫਟ ਸਾਈਡ ਤੇ ਟੀਮ ਹੈ ਉਹ ਜਿਹੜੀ 400 ਨਿਊਟਨ ਦਾ ਬਲ ਲਗਾ ਰਹੀ ਹੈ ਉਹ ਜਿੱਤ ਜਾਏਗੀ। ਤੇ ਇਹ ਜਿਹੜਾ ਬਲ ਹੈ ਇਸਨੂੰ ਅਸੰਤੁਲਿਤ ਬਲ ਕਹਿੰਦੇ ਹਾਂ। ਇਸਨੂੰ ਆਪਾਂ ਕਹਿੰਦੇ ਹਾਂ ਅਸੰਤੁਲਿਤ ਬਲ। ਹਾਂਜੀ, ਨੈਕਸਟ ਸਲਾਈਡ ਵਿੱਚ ਆਪਾਂ ਹੁਣ ਨਿਊਟਨ ਦੇ ਗਤੀ ਨਿਯਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਨਿਊਟਨ ਇੱਕ ਬਹੁਤ ਹੀ ਵੱਡੇ ਸਾਇੰਟਿਸਟ ਹੋਏ ਹਨ, ਬਹੁਤ ਹੀ ਵੱਡੇ ਵਿਗਿਆਨੀ ਹੋਏ ਹਨ। ਉਹਨਾਂ ਨੇ ਨਿਊਟਨ ਦੇ ਗਤੀ ਨਿਯਮਾਂ ਦੀ ਵਿਆਖਿਆ ਕੀਤੀ ਸੀ। ਨਿਊਟਨ ਦੇ 3 ਗਤੀ ਨਿਯਮ ਹੁੰਦੇ ਹਨ। ਅੱਜ ਇਸ ਵੀਡੀਓ ਵਿੱਚ ਆਪਾਂ ਨਿਊਟਨ ਦੇ ਪਹਿਲੇ ਗਤੀ ਨਿਯਮ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਨਿਊਟਨ ਦੇ 3 ਗਤੀ ਨਿਯਮ ਹੁੰਦੇ ਹਨ। ਨਿਊਟਨ ਦਾ ਜਿਸਨੂੰ ਆਪਾਂ ਗਤੀ ਦਾ ਪਹਿਲਾ ਨਿਯਮ, ਗਤੀ ਦਾ ਦੂਸਰਾ ਨਿਯਮ ਅਤੇ ਗਤੀ ਦੇ ਤੀਸਰੇ ਨਿਯਮ ਵਜੋਂ ਹਾਂਜੀ ਬੇਟਾ, ਤੁਸੀਂ ਇਹ ਡਾਇਗਰਾਮ ਦੇਖ ਰਹੇ ਹੋ। ਇਹ ਐਕਟੀਵਿਟੀ ਤੁਸੀਂ ਆਪਣੇ ਘਰਾਂ 'ਚ ਵੀ ਪਰਫੋਰਮ ਕਰ ਸਕਦੇ ਹੋ। ਬਹੁਤ ਈਜ਼ੀ ਹੈ। ਤੁਸੀਂ ਇੱਕ ਗਲਾਸ ਲੈਣਾ ਹੈ, ਨਾਲੇ ਇੱਕ ਕਾਰਡ ਲੈਣਾ ਹੈ। ਕਾਰਡ ਦੇ ਉੱਪਰ ਤੁਸੀਂ ਇੱਕ 5 ਰੁਪਏ ਦਾ ਸਿੱਕਾ ਲੈ ਲੈਣਾ ਹੈ ਤੇ ਕਾਰਡ ਨੂੰ ਤੁਸੀਂ ਆਪਣੀ ਉਂਗਲ ਨਾਲ ਹਿੱਟ ਕਰਨਾ ਹੈ। ਤੁਸੀਂ ਕਿ ਜਿਵੇਂ ਦੂਸਰੀ ਪਿਕਚਰ 'ਚ ਦੇਖ ਰਹੇ ਹੋ, ਇੱਥੇ ਤੁਸੀਂ ਹਿੱਟ ਕੀਤਾ ਹੈ ਕਾਰਡ ਨੂੰ ਤੇ ਦੂਸਰੀ ਪਿਕਚਰ 'ਚ ਦੇਖਾਂਗੇ ਕਿ ਜਿਹੜਾ ਕਾਰਡ ਹੈ ਜਿਹਨੂੰ ਹਿੱਟ ਕੀਤਾ ਹੈ ਉਹ ਗਿਰ ਜਾਏਗਾ, ਪਰ ਜਿਹੜਾ 5 ਰੁਪਏ ਦਾ ਸਿੱਕਾ ਹੈ ਉਹ ਗਿਲਾਸ ਦੇ ਵਿੱਚ ਡਿੱਗ ਜਾਏਗਾ। ਹਾਂਜੀ, ਇਸ ਦਾ ਕੀ ਕਾਰਨ ਹੈ? ਹਾਂਜੀ, ਇਸ ਦਾ ਕਾਰਨ ਹੈ ਕਿ ਜਦੋਂ ਅਸੀਂ ਕਾਰਡ ਨੂੰ ਹਿੱਟ ਕਰਦੇ ਹਾਂ ਤਾਂ ਕਾਰਡ ਗਤੀ ਦੀ ਅਵਸਥਾ 'ਚ ਆ ਜਾਂਦਾ ਹੈ
परंतु 5 रुपए का सिक्का जड़ता कारण अपनी गति की दिशा ਦਾ ਵਿਰੋਧ ਕਰਦਾ ਹੈ ਅਤੇ गिलास ਵਿੱਚ ਡਿੱਗ ਜਾਂਦਾ ਹੈ। ਇਹ ਹੈ ਨਿਊਟਨ ਦਾ ਪਹਿਲਾ ਗਤੀ ਨਿਯਮ, ਜਿਸ ਨੂੰ ਜੜਤਾ ਦਾ ਨਿਯਮ ਵੀ ਆਖਦੇ ਹਨ। ਇਸ ਲਈ ਨਿਊਟਨ ਦੇ ਪਹਿਲੇ ਗਤੀ ਨਿਯਮ ਨੂੰ ਜੜਤਾ ਦਾ ਨਿਯਮ ਵੀ ਆਖਦੇ ਹਨ। ਤੇ ਇਸ ਦੀ ਪਰਿਭਾਸ਼ਾ ਕੀ ਹੈ? ਹਰੇਕ ਵਸਤੂ ਆਪਣੀ ਅਵਸਥਾ ਦੀ ਸਥਿਤੀ ਵਿੱਚ ਪਰਿਵਰਤਨ ਦਾ ਵਿਰੋਧ ਕਰਦੀ ਹੈ। ਭਾਵ ਜੇ ਕੋਈ ਵਸਤੂ ਆਰਾਮ ਅਵਸਥਾ 'ਚ ਹੈ ਤਾਂ ਉਹ ਆਰਾਮ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰੇਗੀ। ਜੇ ਕੋਈ ਵਸਤੂ ਗਤੀ ਦੀ ਅਵਸਥਾ 'ਚ ਹੈ ਤਾਂ ਉਸਨੂੰ ਉਹ ਗਤੀ ਦੀ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰੇਗੀ ਉਦੋਂ ਤੱਕ ਜਦੋਂ ਤੱਕ ਕਿ ਉਹਦੇ 'ਤੇ ਕੋਈ ਬਾਹਰੀ ਬਲ ਨਹੀਂ ਲੱਗਦਾ। ਇਸ ਨੂੰ ਆਪਾਂ ਨਿਊਟਨ ਦੇ ਪਹਿਲੇ ਗਤੀ ਨਿਯਮ। ਹਾਂਜੀ, ਓਕੇ ਸਟੂਡੈਂਟਸ, ਆਪਾਂ ਇਸ ਸਲਾਈਡ ਵਿੱਚ ਕੁਝ ਐਗਜ਼ਾਮਪਲਸ ਦੇਖਾਂਗੇ ਨਿਊਟਨ ਦੇ ਫਸਟ ਲਾਅ ਦੀਆਂ। ਹਾਂਜੀ, ਆਪਾਂ ਇਸ ਪਿਕਚਰ ਦੇਖ ਰਹੇ ਹਾਂ। ਪਿਕਚਰ ਵਿੱਚ ਸਾਨੂੰ ਦੋ ਪੋਜੀਸ਼ਨਸ ਨਜ਼ਰ ਆ ਰਹੀਆਂ ਹਨ ਇੱਕ ਆਦਮੀ ਦੀਆਂ। ਇੱਕ ਪੋਜੀਸ਼ਨ 'ਚ ਉਹ ਸਿੱਧਾ ਖੜਾ ਹੈ ਤੇ ਦੂਸਰੀ ਪੋਜੀਸ਼ਨ 'ਚ ਉਹ ਪਿੱਛੇ ਨੂੰ ਡਿੱਗ ਰਿਹਾ ਹੈ। ਹਾਂਜੀ, ਇਹ ਸਿੱਧਾ ਖੜਾ ਹੈ ਤੇ ਇੱਥੇ ਉਹ ਪਿੱਛੇ ਨੂੰ ਡਿੱਗ ਰਿਹਾ ਹੈ। ਹਾਂਜੀ ਬੇਟਾ, ਇਸ ਦਾ ਕੀ ਕਾਰਨ ਹੈ ਕਿ ਬੱਸ ਪਹਿਲਾਂ ਵਿਰਾਮ ਅਵਸਥਾ ਵਿੱਚ ਸੀ ਤੇ ਜਿਵੇਂ ਹੀ ਬੱਸ ਚੱਲਣਾ ਸ਼ੁਰੂ ਕਰਦੀ ਹੈ ਜਾਂ ਅਚਾਨਕ ਗਤੀ ਵਿੱਚ ਆਉਂਦੀ ਹੈ ਤੇ ਸਾਡੇ ਪੈਰ ਜਾਂ ਉਸ ਵਿਅਕਤੀ ਦੇ ਪੈਰ ਜੋ ਕਿ ਬੱਸ ਦੇ ਸੰਪਰਕ ਵਿੱਚ ਸਨ ਅਤੇ ਵਿਰਾਮ ਅਵਸਥਾ ਵਿੱਚ ਸਨ, ਅਚਾਨਕ ਹੀ ਉਹ ਬੱਸ ਦੇ ਨਾਲ ਗਤੀ ਵਿੱਚ ਆ ਜਾਂਦੇ ਹਨ। ਪਰ ਜਿਹੜਾ ਸਾਡਾ ਉੱਪਰਲਾ ਹਿੱਸਾ ਹੁੰਦਾ ਹੈ ਉਹ ਜੜਤਾ ਕਾਰਨ ਵਿਰਾਮ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਉਹ ਵਿਅਕਤੀ ਪਿੱਛੇ ਨੂੰ ਡਿੱਗਦਾ ਹੈ। ਜਦਕਿ ਦੂਸਰੀ ਪਿਕਚਰ 'ਚ ਆਪਾਂ ਦੇਖ ਰਹੇ ਹਾਂ ਕਿ ਇੱਕ ਵਿਅਕਤੀ ਬੈਠਾ ਹੋਇਆ ਤੇ ਉਹ ਅੱਗੇ ਨੂੰ ਡਿੱਗ ਰਿਹਾ। ਇਸ ਵਿੱਚ ਇੱਕ ਵਿਅਕਤੀ ਹੈ ਜਿਹੜਾ ਉਹ ਗੱਡੀ ਚਲਾ ਰਿਹਾ ਹੈ ਤੇ ਜਿਵੇਂ ਹੀ ਗੱਡੀ ਰੁਕਦੀ ਹੈ ਤਾਂ ਉਹ ਵਿਅਕਤੀ ਅੱਗੇ ਨੂੰ ਡਿੱਗਦਾ ਹੈ। ਉਸ ਦਾ ਕੀ ਕਾਰਨ ਹੈ ਕਿ ਜਿਵੇਂ ਹੀ ਬੱਸ ਅਚਾਨਕ ਰੁਕਦੀ ਹੈ ਇਸ ਵਿਅਕਤੀ ਦੇ ਪੈਰ ਜੋ ਕਿ ਬੱਸ ਦੇ ਸੰਪਰਕ ਵਿੱਚ ਹਨ ਉਹ ਬੱਸ ਦੇ ਅਚਾਨਕ ਰੁਕਣ ਕਰਕੇ ਜਾਂ ਵਿਰਾਮ ਅਵਸਥਾ ਵਿੱਚ ਆਉਣ ਕਾਰਨ ਵਿਰਾਮ ਅਵਸਥਾ ਵਿੱਚ ਆ ਜਾਂਦੇ ਹਨ, ਪਰੰਤੂ ਉਸਦਾ ਉੱਪਰਲਾ ਹਿੱਸਾ ਜੜਤਾ ਕਾਰਨ ਪਰਿਵਰਤਨ ਦਾ ਵਿਰੋਧ ਕਰਦਾ ਹੈ ਅਤੇ ਗਤੀ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਕਰਕੇ ਡਰਾਈਵਰ ਅੱਗੇ ਨੂੰ ਡਿੱਗਦਾ ਹੈ। ਹਾਂਜੀ ਬੇਟਾ, ਆਈ ਹੋਪ ਕਿ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਇਸ ਤੋਂ ਪਹਿਲਾਂ ਕਿ ਆਪਾਂ ਕੁਝ ਪ੍ਰਸ਼ਨ ਉੱਤਰ ਕਰੀਏ, ਉਸ ਤੋਂ ਪਹਿਲਾਂ ਤੁਹਾਨੂੰ ਜੜਤਾ ਅਤੇ ਪੁੰਜ ਦੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਜੜਤਾ ਕਿਸ ਨੂੰ ਆਖਦੇ ਹਨ? ਜੜਤਾ ਕਿਸੇ ਵੀ ਵਸਤੂ ਦਾ ਉਸਦਾ ਪ੍ਰਕਿਰਤਿਕ ਗੁਣ ਹੈ, ਉਸਦੀ ਪ੍ਰਵਿਰਤੀ ਹੈ ਜੋ ਉਸਦੀ ਵਿਰਾਮ ਜਾਂ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦਾ ਵਿਰੋਧ ਕਰਦਾ ਹੈ। ਭਾਵ ਜੇ ਵਸਤੂ ਵਿਰਾਮ ਅਵਸਥਾ 'ਚ ਹੈ ਤਾਂ ਵਿਰਾਮ ਅਵਸਥਾ 'ਚ ਹੀ ਰਹਿਣ ਦੀ ਕੋਸ਼ਿਸ਼ ਕਰੇਗੀ, ਅਗਰ ਗਤੀ 'ਚ ਹੈ ਤਾਂ ਗਤੀ ਦੀ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰੇਗੀ। ਅਤੇ ਪੁੰਜ ਉਸਦੀ ਜੜਤਾ ਦਾ ਮਾਪ ਹੈ ਕਿ ਕੋਈ ਵਸਤੂ ਅਗਰ ਵਿਰਾਮ ਅਵਸਥਾ 'ਚ ਹੈ ਤਾਂ ਉਸਨੂੰ ਗਤੀ ਦੀ ਅਵਸਥਾ ਵਿੱਚ ਲਿਆਉਣ ਲਈ ਕਿੰਨਾ ਬਲ ਲਗਾਉਣਾ ਪਏਗਾ ਜਾਂ ਉਸਨੂੰ ਵਿਰਾਮ ਅਵਸਥਾ 'ਚ ਲਿਆਉਣ ਲਈ ਕਿੰਨਾ ਬਲ ਲਗਾਉਣਾ ਪਏਗਾ, ਉਹ ਉਸਦੇ ਪੁੰਜ 'ਤੇ ਨਿਰਭਰ ਕਰਦਾ ਹੈ, ਭਾਵ ਉਸਦੀ ਜੜਤਾ ਦਾ ਮਾਪ। ਨੈਕਸਟ ਸਲਾਈਡ ਵਿੱਚ ਆਪਾਂ ਨਿਊਟਨ ਦੇ ਪਹਿਲੇ ਨਿਯਮ 'ਤੇ ਆਧਾਰਿਤ ਪ੍ਰਸ਼ਨ ਉੱਤਰ ਕਰਾਂਗੇ। ਪਹਿਲਾ ਪ੍ਰਸ਼ਨ ਹੈ ਕਿ ਨਿਮਨਲਿਖਤ ਵਿੱਚ ਕਿਸ ਦੀ ਜੜਤਾ ਜ਼ਿਆਦਾ ਹੈ, ਇੱਕ ਰਬੜ ਦੀ ਗੇਂਦ ਦੀ ਜਾਂ ਉਸਦੇ ਆਕਾਰ ਦੇ ਪੱਥਰ ਦੀ? ਹਾਂਜੀ, ਤੇ ਇਹਦਾ ਉੱਤਰ ਆਪਾਂ ਜਾਣਦੇ ਹਾਂ, ਜਿਵੇਂ ਕਿ ਬਹੁਤ ਈਜ਼ੀ ਹੈ ਕਿ ਜਿਵੇਂ ਕਿ ਕਿਸੇ ਵੀ ਵਸਤੂ ਦੀ ਜੜਤਾ ਉਸਦੇ ਪੁੰਜ 'ਤੇ ਨਿਰਭਰ ਕਰਦੀ ਹੈ। ਜਿਸ ਦਾ ਪੁੰਜ ਜ਼ਿਆਦਾ ਹੋਏਗਾ ਉਸਦਾ ਜੜਤਾ ਜ਼ਿਆਦਾ ਹੋਏਗੀ। ਉਸੇ ਤਰ੍ਹਾਂ ਕਿਸੇ ਪੱਥਰ ਦੀ ਗੇਂਦ ਦਾ ਪੁੰਜ ਉਸੇ ਆਕਾਰ ਦੀ ਰਬੜ ਦੀ ਗੇਂਦ ਦੇ ਪੁੰਜ ਨਾਲੋਂ ਜ਼ਿਆਦਾ ਹੁੰਦਾ ਹੈ, ਇਸ ਲਈ ਪੱਥਰ ਦੀ ਗੇਂਦ ਦੀ ਜੜਤਾ ਜ਼ਿਆਦਾ ਹੋਵੇਗੀ। ਉਸੇ ਤਰ੍ਹਾਂ ਜਿਹੜਾ ਬੀ ਪਾਰਟ ਹੈ, ਇੱਕ ਸਾਈਕਲ ਅਤੇ ਇੱਕ ਰੇਲ ਗੱਡੀ, ਇਹਦੇ ਵਿੱਚੋਂ ਕਿਸ ਦਾ ਪੁੰਜ
ज़्यादा होएगा। ऑब्वियसली बेटा एक रेल गड्डी का पुंज एक साइकिल के पुंज नालों ज़्यादा हुंदा है, इसलिए रेल गड्डी की जड़ता ज़्यादा होएगी। तो C.5 का सिक्का उसकी जड़ता ज़्यादा होएगी या ₹1 के सिक्के की, तो ऑब्वियस है ₹5 के सिक्के का पुंज ज़्यादा होंदा है, इसलिए उसकी जड़ता ज़्यादा। प्रश्न है वो है कि किसी रुख ਦੀਆਂ ਟਾਹਣੀਆਂ ਨੂੰ ਤੇਜ਼ੀ ਨਾਲ ਹਿਲਾਉਣ ਤੇ ਪੱਤੀਆਂ ਝੜ ਜਾਂਦੀਆਂ ਹਨ, ਕਿਉਂ? ਇਸ ਦਾ ਉੱਤਰ ਵੀ ਨਿਊਟਨ ਦੇ ਫਸਟ ਲਾਅ ਤੇ ਹੀ ਨਿਰਧਾਰਿਤ ਹੈ। ਕਿਸੇ ਰੁੱਖ ਦੀਆਂ ਟਾਹਣੀਆਂ ਨੂੰ ਤੇਜ਼ੀ ਨਾਲ ਹਿਲਾਉਣ ਤੇ ਟਾਹਣੀਆਂ ਗਤੀ ਵਿੱਚ ਆ ਜਾਂਦੀਆਂ ਹਨ, ਪਰੰਤੂ ਪੱਤੀਆਂ ਜੜਤਾ ਕਾਰਨ ਗਤੀ ਦਾ ਵਿਰੋਧ ਕਰਦੀਆਂ ਹਨ ਅਤੇ ਵਿਰਾਮ ਅਵਸਥਾ ਵਿੱਚ ਰਹਿਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਜਿਸ ਦੇ ਨਤੀਜੇ ਵਜੋਂ ਝੜ ਜਾਂਦੀਆਂ ਹਨ। ਨੈਕਸਟ ਕੁਐਸਚਨ ਹੈ ਬੇਟਾ ਜੀ, ਤੁਹਾਡਾ ਹੋਮਵਰਕ ਹੈ, ਇਸ ਦਾ ਆਨਸਰ ਤੁਹਾਨੂੰ ਵੀਡੀਓ 'ਚ ਮਿਲ ਵੀ ਜਾਏਗਾ ਕਿ ਕੋਈ ਵੀ ਗਤੀਮਾਨ ਬੱਸ ਅਚਾਨਕ ਰੁਕ ਜਾਂਦੀ ਹੈ ਤਾਂ ਤੁਸੀਂ ਅੱਗੇ ਵੱਲ ਕਿਉਂ ਡਿੱਗਦੇ ਹੋ, ਜਦੋਂ ਕਿ ਵਿਰਾਮ ਅਵਸਥਾ ਤੋਂ ਪ੍ਰਵੇਗਿਤ ਹੁੰਦੀ ਹੈ ਤੁਸੀਂ ਪਿੱਛੇ ਵੱਲ ਕਿਉਂ ਡਿੱਗਦੇ ਹੋ। ਹਾਂਜੀ ਓਕੇ ਬੇਟਾ ਜੀ, ਆਈ ਹੋਪ ਕਿ ਤੁਸੀਂ ਇਸ ਟੌਪਿਕ ਨੂੰ ਅੰਡਰਸਟੈਂਡ ਕਰ ਲਿਆ ਹੋਏਗਾ ਤੇ ਤੁਸੀਂ ਇਹ ਹੋਮਵਰਕ ਆਪਣੀਆਂ ਨੋਟਬੁੱਕਸ ਤੇ ਜ਼ਰੂਰ ਕਰ ਲੈਣਾ। ਥੈਂਕ ਯੂ ਸੋ ਮਚ। Stay at home, stay safe.